अस्सलाम वालेकुम जनाब। ठीक हो? बिल्कुल। ਇਹ ਤੁਹਾਡਾ ਘਰ ਹੈ ਜੀ? हाँ जी ਇਹ ਮੇਰੇ ਤਾਏ ਤਹਿਸੀਲਦਾਰ ਦਾ ਘਰ। ਇਹ ਤੁਹਾਡੇ ਤਾਏ ਤਹਿਸੀਲਦਾਰ ਦਾ ਘਰ ਹੈ? ਹਾਂ, ਉਹਦੇ ਲੜਕੇ ਜੇ ਮਿਲਟਰੀ ਕਰਨਲ ਸੀ, ਕੈਪਟਨ ਸੀ, ਇੱਕ ਇੰਸਪੈਕਟਰ ਸੀ। ये अम्मा तू इत्थे तैनूं तो सारा पता दे। ਹਾਂ ਇਹ ਤਹਿਸੀਲਦਾਰ ਦਾ ਘਰ ਹੈ ਜੀ। ਉਹਨਾਂ ਦਾ ਇੱਕ ਬੇਟਾ ਕਰਨਲ ਸੀ, ਕੈਪਟਨ ਸੀ, ਇੱਕ ਇੰਸਪੈਕਟਰ ਪੜ੍ਹ ਕੇ ਗਿਆ। वाह भाई वाह, आ स्कूल है नाल। वाह भाई वाह अम्मा वाह, बड़ी खुशी हुई अम्मा नूं मिल के। अम्मा दा बाबे नूं मिलना ना, बाबे नूं ਅੰਮਾ ਦੇ ਬਾਬੇ ਨਹੀਂ ਮਿਲਦੇ ਘਰ ਨੇ ਜਵਾਈ ਨੂੰ ਨਹੀਂ ਮਿਲੇ बाबे सारा नूं पहले बाबे नूं मिलना अम्मा। ਜਵਾਈ ਤੇ ਦੇਖਣ ਤੇ ਸੁਣਨ ਵਾਲਿਆਂ ਨੂੰ ਗੁਲਾਮ ਮੁਸਤਫਾ ਦੀ ਤਰਫੋਂ ਅਸਲਾਮੁ ਅਲੈਕਮ। ਦੋਸਤੋ ਸਨ 47 ਦੀ ਵੰਡ ਵਿੱਚ ਇਹ ਅੰਮਾ ਜੀ ਜਿਹੜੀਆਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀਆਂ ਨੇ, ਇਹ ਪਿੰਡ ਖੱਗੇ ਵਾਲਾ ਵਸਤੀ ਇਸਲਾਮਪੁਰ ਮੁਲਤਾਨ ਦਾ ਏਰੀਆ ਤੇ ਪਾਕਿਸਤਾਨ ਦਾ ਇੱਕ ਮਸ਼ਹੂਰ ਪਿੰਡ। ਇੱਥੋਂ ਅੰਮਾ ਜੀ ਹੋਰੀਆਂ ਉੱਠ ਕੇ ਤੇ ਜਿਹੜੀਆਂ ਨੇ ਹਿੰਦੁਸਤਾਨ ਦੇ ਅੰਦਰ ਸ਼ਿਫਟ ਹੋਈਆਂ ਤੇ ਫਿਰ ਬਾਅਦ ਜਿਹੜੀਆਂ ਨੇ ਇਹ ਬਾਹਰ ਦੇ ਮੁਲਕ ਕੈਨੇਡਾ ਚਲੀਆਂ ਗਈਆਂ ਤੇ 47 ਤੋਂ ਬਾਅਦ ਅੱਜ 76 ਸਾਲ ਬਾਅਦ ਇਹ ਆਪਣਾ ਪਿੰਡ ਵਿਜ਼ਿਟ ਕਰਨ ਵਾਸਤੇ ਆਈਆਂ ਨੇ ਤੇ ਮੇਰੇ ਨਾਲ ਮੌਜੂਦ ਨੇ ਬਾਈ ਜ਼ੁਲਕਰਨੈਨ। ਅੱਜ ਇਹਨਾਂ ਦਾ ਕਰਾਂਗੇ ਇੰਟਰਵਿਊ ਤੇ ਤੁਸੀਂ ਜ਼ਰੂਰ ਸੁਣਨਾ, ਕਮੈਂਟ ਕਰਕੇ ਤੇ ਰਾਏ ਦਾ ਇਜ਼ਹਾਰ ਕਰਨਾ। ਜੀ ਜ਼ੁਲਕਰਨੈਨ ਭਾਈ। अस्सलाम वालेकुम। मियाँ जुल्करनैन ਤੁਹਾਡੇ ਨਾਲ। ਸਾਡੇ ਕੋਲ ਮਹਿਮਾਨ ਆਏ ਨੇ ਕੈਨੇਡਾ ਤੋਂ ਜਿਹੜੇ ਇਸ ਪਿੰਡ ਦੇ ਵਿੱਚੋਂ ਮਾਈਗ੍ਰੇਸ਼ਨ ਕਰਕੇ ਗਏ ਸਨ। ਪਿੰਡ ਦਾ ਨਾਮ ਹੁਣ ਇਸ ਟਾਈਮ ਹੈਗਾ ਇਸਲਾਮਪੁਰ ਮੋਜ਼ਾ ਖੂਹ ਖੱਗੇ ਵਾਲਾ। ਪਹਿਲੇ ਤਹਿਸੀਲ ਖਾਨੇਵਾਲ ਸੀ, ਹੁਣ ਜ਼ਿਲ੍ਹਾ ਖਾਨੇਵਾਲ ਹੋ ਗਿਆ। ਤਹਿਸੀਲ नहीं पर मुल्तान ही अच्छा मुल्तान मुल्तान है। ਮੁਲਤਾਨ ਜ਼ਿਲ੍ਹਾ ਸੀ, ਤਹਿਸੀਲ ਥਾਣੇ। ਅੰਮਾ ਜੀ ਆਪਦਾ ਨਾਮ ਦੱਸਿਆ ਜੀ, ਤੁਹਾਡਾ ਨਾਮ ਕੀ ਹੈਗਾ? ਮੇਰਾ ਨਾਮ ਜੋਗਿੰਦਰ ਹੈ। ਮੈਂ ਸਰਦਾਰ ਇੰਦਰ ਸਿੰਘ ਦੀ ਧੀ ਆ, ਜਿਹੜੇ ਕਿ ਸਟੇਸ਼ਨ ਤੇ ਖਾਨੇਵਾਲ ਦੇ ਸਟੇਸ਼ਨ ਤੇ ਉਹਨਾਂ ਦੀ ਡੈਥ ਹੋਈ ਸੀ। ਅੱਛਾ, ਇਹ ਜਿਹੜਾ ਤੁਸੀਂ ਜਾਂਦੇ ਆ। ਹਾਂਜੀ, ਇਹ ਜਿਹੜਾ ਤੁਹਾਡਾ ਪਿੰਡ ਹੈਗਾ ਇਸ ਟਾਈਮ ਤੁਸੀਂ ਆਪਦੇ ਪਿੰਡ 'ਚ ਆਏ ਹੋਏ ਖੂਹ ਖੱਗੇ ਵਾਲ ਤੇ अर्जुन सिंह ਮੋਜ਼ਾ ਖੂਹ ਖੱਗੇ ਵਾਲਾ खूह खगे नहीं मोदा खगे वाला। ਮੋਜ਼ਾ ਖੱਗੇ ਵਾਲਾ। हाँ ਅੱਛਾ, ਜਿਹੜੀ ਜਗ੍ਹਾ ਤੇ ਹੁਣ ਤੁਸੀਂ ਬੈਠੇ ਹੋ ਇਸ ਹਵੇਲੀ ਦੇ ਬਾਰੇ ਚ ਕੋਈ ਦੱਸੋ, ਇਸ ਇਲਾਕੇ ਦੇ ਬਾਰੇ ਦੱਸੋ ਕਿ ਵੀ ਇੱਥੇ ਕੌਣ ਕੌਣ ਰਹਿੰਦਾ ਇਹ ਸੀ? ਜਿਹੜਾ ਘਰ ਹੈ ਇਹ ਮੇਰੇ ਤਾਏ ਦਾ, ਵੱਡੇ ਤਾਏ ਦਾ ਘਰ ਹੈ। ਮੇਰੇ ਦਾਦਾ ਜੀ ਤੇ ਬਾਬਾ ਅਰਜਨ ਸਿੰਘ ਭਰਾ ਸਨ। ਮੇਰੇ ਦਾਦੇ ਦਾ ਨਾਮ ਨਾਮਾ ਸਿੰਘ ਸੀ ਤੇ ਅਰਜਨ ਸਿੰਘ ਤੇ ਨਾਮਾ ਸਿੰਘ ਭਰਾ ਸਨ। ਇਹ ਉਹਨਾਂ ਦੇ ਵੱਡੇ ਲੜਕੇ ਸੁਖਰਾਮ ਸਿੰਘ ਦਾ ਘਰ ਹੈ, ਜਿਹੜਾ ਕਿ ਤਹਿਸੀਲਦਾਰ ਸਨ। ਉਹਨਾਂ ਦੇ ਬੱਚੇ ਜਿਹੜੇ ਸੀ ਮਿਲਟਰੀ ਵਿੱਚ ਸੀ, ਮੇਜਰ, ਕਰਨਲ, ਕੈਪਟਨ। ਇੱਕ ਉਹਨਾਂ ਦਾ ਲੜਕਾ ਜਿਹੜਾ ਸੀ ਇੰਸਪੈਕਟਰ ਸੀ ਪੁਲਿਸ ਵਿੱਚ। ਤੇ ਉਹਨਾਂ ਦੀਆਂ ਦੋ ਬੇਟੀਆਂ ਸੀ, ਉਹ ਵੀ ਉਸ ਟਾਈਮ ਕਾਫੀ MA ਡਬਲ MA ਪੜ੍ਹੀਆਂ ਹੋਈਆਂ ਸੀ। ਤੇ ਅੰਮਾ ਜੀ ਤੁਹਾਡੀ ਉਸ ਟਾਈਮ ਉਮਰ ਕਿੰਨੀ ਹੈਗੀ ਸੀ ਜਦੋਂ ਤੁਸੀਂ ਇੱਥੋਂ ਆਪਣਾ ਗਏ ਜੇ ਇੰਡੀਆ ਮੈਂ ਗਏ? 6-7 ਸਾਲ ਦੀ ਸੀ ਜਦੋਂ ਇੱਥੋਂ ਗਈ ਸੀ। ਪਰ ਮੈਨੂੰ ਹੁਣ ਜਿਹੜੀ ਮੇਰੇ ਪਿੰਡ ਦੀ ਪਹਿਲਾ ਹਾਲ ਸੀ, ਖੁੱਲੀਆਂ ਸੜਕਾਂ, ਖੁੱਲੀ ਬੜੀ ਸੜਕ, ਉਹ ਚੀਜ਼ ਤੇ ਮੈਨੂੰ ਦਿਖਾਈ ਨਹੀਂ ਦੇ ਰਹੀ। ਇੰਨਾ ਹੈਗਾ ਕਿ ਥੋੜ੍ਹੀ ਥੋੜ੍ਹੀ ਨਿਸ਼ਾਨੀਆਂ ਮੈਨੂੰ ਆਪਣੇ ਵੱਡਿਆਂ ਦੇ ਜਿਹੜੇ ਬੜੇ ਘਰ ਨੇ ਉਹ ਥੋੜ੍ਹੀ ਥੋੜ੍ਹੀ ਨਿਸ਼ਾਨੀਆਂ ਦਿਸਦੀਆਂ। ਉਹ ਉਸ ਹਿਸਾਬ ਨਾਲ ਮੈਂ ਦੱਸ ਰਹੀ ਹਾਂ ਕਿ ਇਹ ਉਹਦਾ ਮੇਰੇ ਬਾਬੇ ਦਾ ਘਰ ਹੈ। ਉਹ ਬਾਬਾ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਬਾਬਾ ਮੋਤਾ ਸਿੰਘ ਦਾ ਘਰ ਦੇਖਿਆ ਸੀ, ਉਹ ਮੈਨੂੰ ਤਾਂ ਯਾਦ ਆ ਗਿਆ ਕਿ ਜਦੋਂ ਪਾਰਟੀਸ਼ਨ ਹੋਈ ਸੀ ਉਦੋਂ ਉਹਨਾਂ ਦੇ ਘਰ ਦੇ ਉੱਤੇ 2 ਚੁਬਾਰੇ ਸੀ ਤੇ ਜਦੋਂ ਥੋੜ੍ਹੇ ਜਿਹੇ ਝਗੜਾ ਹੁੰਦਾ ਸੀ ਤੇ ਔਰਤਾਂ ਨੂੰ ਤੇ ਬੱਚਿਆਂ ਨੂੰ ਉੱਥੇ ਬਿਠਾ ਦਿੰਦੇ ਸੀ ਉਹ ਚੁਬਾਰਿਆਂ ਤੇ। ਤਾਂ ਕਰਕੇ ਮੈਨੂੰ ਉਹ ਯਾਦ ਆ ਗਿਆ। ਤੇ ਇਹ नाल सी ਕਹਿੰਦੇ ਵੇ ਗੇਠਾ ਖੂਹ ਸੀ ਤੇ ਇਹ ਕਹਿੰਦੇ ਸੀ ਵੀ ਜਦੋਂ ਕੋਈ ਐਸੀ ਆਈ ਤੇ ਲੜਕੇ ਜਵਾਨ ਲੜਕਿਆਂ ਨੂੰ ਕਹਿੰਦੇ ਸੀ ਤੁਸੀਂ ਵੀ ਕਿਸੇ ਦੇ ਕਾਬੂ ਨਾ ਆਉਣਾ, ਇਸ ਖੂਹ ਵਿੱਚ ਛਾਲ ਮਾਰਦੇ ਨੇ। ਤੇ ਪੀਪੇ ਮਿੱਟੀ ਦੇ ਤੇਲ ਰੱਖੇ ਹੁੰਦੇ ਸੀ ਉਹ ਚੁਬਾਰਿਆਂ ਦੇ ਉੱਤੇ। ਮਿੱਟੀ ਦੇ ਤੇਲ ਦੇ ਪੀਪੇ ਵੱਡੇ ਵੱਡੇ ਰੱਖੇ ਹੁੰਦੇ ਸੀ, ਨਾਲ ਇੱਕ ਮਾਚਿਸ ਰੱਖੀ ਹੁੰਦੀ ਸੀ 1-2 ਵੀ ਤੁਸੀਂ ਜੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਗਈ ਤਾਂ ਤੁਸੀਂ ਕਿਸੇ ਦੇ ਨਾਲ ਨਾ ਜਾਇਓ, ਜੇ ਤੁਹਾਨੂੰ ਕੋਈ ਪਕੜ ਕੇ ਨਾ ਲੈ ਜਾਏ ਤੁਸੀਂ ਅੱਗ ਲਾ ਕੇ ਆਪਣੇ ਉੱਤੇ ਅੱਗ ਲਾ ਕੇ ਤੇ ਸੜ ਜਾਣਾ, ਜਾਂ ਖੂਹ ਵਿੱਚ ਛਾਲ ਮਾਰਨੀ ਜਾਂ ਸੜ ਜਾਣਾ। ਇਹ ਮੈਨੂੰ ਗੱਲਾਂ ਜਦੋਂ ਕਰਦੇ ਸੀ, ਮੈਂ ਛੋਟੀ ਸੀ ਤੇ ਉਹਨਾਂ ਨੂੰ ਦੱਸਦੇ ਸਮਝਾਉਂਦੇ ਸੀ, ਮੇਰੀ ਭੈਣਾਂ ਨੂੰ ਜਿਹੜੀਆਂ ਮੇਰੀਆਂ ਉਸ ਵਕਤ ਵੱਡੀਆਂ ਸੀ, ਭੂਆ ਲੱਗਦੀਆਂ ਸੀ, ਉਹਨਾਂ ਬਾਰੇ ਉਹ ਕਰਦੇ ਸੀ, ਮੈਂ ਸੁਣਦੀ ਸੀ। ਤਾਂ ਤੇ ਬਾਬਾ ਜੀ ਤੁਹਾਡਾ ਕੱਲ ਅਸੀਂ ਤੁਹਾਨੂੰ ਪਿੰਡ ਵਿਖਾਇਆ 5 ਕਸੀ, ਅੱਜ ਤੁਸੀਂ ਸਹੁਰਿਆਂ ਦੇ ਪਿੰਡ ਆਏ ਜੇ ਤੇ ਤੁਹਾਡੀ ਕੀ ਤੁਹਾਡੀ ਫੀਲਿੰਗਸ ਹੈਗੀਆਂ ਨੇ, ਕੀ ਮਹਿਸੂਸ ਕਰ ਰਹੇ ਜੇ ਤੁਸੀਂ? मैं बहुत वधिया महसूस कर रहा इस करके कि मेरी घर वाली
ਮੇਰੀ ਘਰ ਵਾਲੀ ਜਿਹੜੀ ਹੈ ਉਹ ਉਸ ਨੂੰ ਯਾਦ ਆਪਣਾ ਆ ਪਿੰਡ ਰਹੀ ਜਿਹੜਾ ਹੈ ਉਹ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ, ਵੇਖ ਲਿਆ ਹੈ, ਲੱਭ ਪਿਆ ਹੈ। ਘਰ ਵੀ ਇਹਨੇ ਪਛਾਣ ਲਏ ਨੇ ਵੀ ਕਿਹੜਾ ਘਰ ਕਿਹੜੇ ਸਾਡੇ ਇਹਨਾਂ ਦੇ ਵੱਡੇ ਦਾ ਹੈਗਾ। ਤੇ ਮੈਂ ਆਪਣੇ ਪੰਜਕਸੀ ਵਾਲੇ 'ਚ ਆਪਣੇ ਘਰ ਨੂੰ ਨਹੀਂ ਪਛਾਣ ਸਕਿਆ ਕਿ ਉਹ ਡਿਮੋਲਿਸ਼ ਕਰਕੇ ਦੁਬਾਰਾ ਬਣਾਇਆ ਹੋਇਆ ਹੈ, ਪਰ ਉੱਥੋਂ ਦੀ ਮਿੱਟੀ ਤੇ ਲੈ ਕੇ ਮੈਂ ਆਇਆ ਜ਼ਰੂਰ। ਇਹ ਮੈਨੂੰ ਇਹ ਖੁਸ਼ੀ ਹੈ ਕਿ ਇਹ ਮੈਂ ਇਕੱਲਾ ਆਉਣਾ ਚਾਹੁੰਦਾ ਸੀ, ਪਰ ਇਹ ਮੇਰੀ ਮਿਸਿਸ ਕਹਿੰਦੀ ਮੈਂ ਵੀ ਆਪਣੇ ਘਰ ਵੇਖ ਕੇ ਆਉਣਾ, ਤੇ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨੂੰ ਸੈਟਿਸਫੈਕਸ਼ਨ ਹੋ ਗਈ। ਹਾਂ, ਮੈਨੂੰ ਯਾਦ ਆ ਰਹੀ ਹੈ ਜਦ ਜਿਸ ਤਰ੍ਹਾਂ ਮੈਂ ਵੇਖ ਰਹੀ ਹਾਂ, ਮੈਨੂੰ ਪੁਰਾਣੀ ਯਾਦ ਆ ਰਹੀ ਹੈ। ਉਹ ਗੱਲਾਂ ਵੀ ਯਾਦ ਆ ਰਹੀਆਂ ਕਿ ਮੈਂ ਬੱਚਿਆਂ ਨੂੰ ਆਖਿਆ ਜਾਂਦਾ ਸੀ ਵੀ ਤੁਸੀਂ ਇਸ ਤਰ੍ਹਾਂ ਕਰਨਾ, ਤੁਸੀਂ ਇਸ ਤਰ੍ਹਾਂ ਕਰਨਾ। ਉਸ ਤੋਂ ਬਾਅਦ ਇਹਨੂੰ ਵੇਖ ਕੇ ਮੈਨੂੰ ਯਾਦ ਆ ਗਈ ਉਹ ਵੀ ਮਾਚਸ ਰੱਖਿਆ ਤੇ ਪੀਪੇ ਰੱਖੇ ਤੇ ਮਿੱਟੀ ਦੇ ਤੇਲ ਦੇ, ਤੇ ਖੂਹ ਵੀ ਮੈਨੂੰ ਜੇ ਤੁਸੀਂ ਦਿਖਾਇਆ ਵੀ ਇੱਥੇ ਖੂਹ ਸੀ, ਉਹ ਖੂਹ ਵੀ ਉੱਥੇ ਸੀ, ਉਹ ਜਗ੍ਹਾ ਸੀ। ਮੈਨੂੰ ਯਾਦ ਆ ਗਈ ਵੀ ਉਹ ਉੱਥੇ ਛਾਲਾਂ ਮਾਰਨੀਆਂ ਨੇ, ਤਾਂ ਮੈਨੂੰ ਯਾਦ ਆ ਗਈ। ਤੇ ਮਾਂ ਜੀ ਇੱਥੇ ਤਕਰੀਬਨ ਕਿੰਨੇ ਕੁ ਘਰ ਸਨ ਜਿਹੜੇ ਇੱਥੇ ਰਹਿੰਦੇ ਸਨ ਉਸ ਟਾਈਮ? ਉਸ ਟਾਈਮ ਬਹੁਤ ਜ਼ਿਆਦਾ ਘਰ ਨਹੀਂ ਸੀ। ਸਭ ਤੋਂ ਸ਼ੁਰੂ ਤੋਂ ਜਦੋਂ ਰਿਆਜ਼ਾਬਾਦ ਸਟੇਸ਼ਨ ਤੇ ਆਈਦਾ ਸੀ, ਪਹਿਲਾਂ ਮੇਰੇ ਬਾਬੇ ਜਗਤ ਸਿੰਘ ਦਾ ਘਰ ਸੀ, ਤੇ ਜਗਤ ਸਿੰਘ ਤੇ ਬਲਵੰਤ ਸਿੰਘ ਇਹ ਭਰਾ ਹੁੰਦੇ ਸੀ, ਜੱਗੂ ਵਾਲੇ ਦੇ ਜਗਤ ਸਿੰਘ ਦਾ ਨਾਂ ਸੀ। ਤੇ ਉਸ ਤੋਂ ਬਾਅਦ ਉਹਦੇ ਸਾਹਮਣੇ ਦੂਜੇ ਪਾਸੇ ਜਿਹੜਾ ਸੀ ਉਹ ਇੱਕ ਹੈ ਸੀ, ਉਹਨਾਂ ਦਾ ਨਾਮ ਮੈਨੂੰ ਨਹੀਂ ਯਾਦ ਹੈਗਾ। ਉਹਨਾਂ ਦਾ ਘਰ ਜਿਹੜਾ ਉਹ ਸਾਡੇ ਪੁਰਾਣੇ ਪਿੰਡ ਵਿੱਚ ਹੀ ਰਹਿੰਦੇ ਨੇ। ਉਹਨਾਂ ਨੂੰ ਮੈਂ ਦੱਸ ਕੇ ਆਈ ਹਾਂ ਵੀ ਮੈਂ ਤੁਹਾਡਾ ਵੀ ਘਰ ਵੇਖ ਕੇ ਆਵਾਂਗੀ। ਤੇ ਉਸ ਤੋਂ ਬਾਅਦ ਫਿਰ ਸਾਡਾ ਘਰ ਆ ਜਾਂਦਾ ਸੀ। ਸਾਡੇ ਘਰ ਦੇ ਸਾਹਮਣੇ ਬਿਲਕੁਲ 2 ਦੁਕਾਨਾਂ ਹੁੰਦੀਆਂ ਸੀ। ਇੱਕ ਦਾ ਨਾਂ ਸੀ ਪੰਜੂ ਤੇ ਇੱਕ ਦਾ ਨਾਂ ਸੀ ਮੋਹਣੀ। ਉਹ ਹੁਣ ਵੀ ਹੈਗੀਆਂ ਨੇ। ਮੋਹਣੀ ਤੇ ਪੰਜੂ 2 ਦੁਕਾਨਾਂ ਇਹਨਾਂ ਦਾ ਕਾਸ਼ਮ ਬੂਟੇ ਵਾਲਾ ਘਰ ਸੀ। ਹਾਂ, ਤੇ ਉਹ ਦੁਕਾਨਾਂ ਦੇ ਸਾਹਮਣੇ ਬਹੁਤ ਵੱਡਾ ਗੇਟ ਹੁੰਦਾ ਸੀ, ਉਹ ਲੱਕੜ ਦਾ ਹੁੰਦਾ ਸੀ, ਤੇ ਉਹਦੇ ਵਿੱਚ ਟੱਪ ਕੇ ਸਾਡਾ ਘਰ ਆ ਜਾਂਦਾ ਸੀ। ਤੇ ਸਾਈਡ ਤੇ ਉਸੇ ਸਾਈਡ ਤੇ ਗੁਰਦੁਆਰਾ। ਇੱਕ ਆ ਨਾ ਉਹ ਸ਼ਟਰ ਲੱਗਾ, ਇੱਕ ਉਹਦੇ ਨਾਲ ਹੀ ਤੁਹਾਡੇ ਘਰ ਦੇ ਸਾਹਮਣੇ ਹੀ ਇਹ ਹੁਣ ਵੀ ਦੁਕਾਨਾਂ ਨੇ ਤੇ ਉਦੋਂ ਵੀ ਦੁਕਾਨਾਂ ਹੀ ਸੀ। ਜੀ ਤੋਂ ਮਿੱਤਰੋ, ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਇਹਦੇ ਨਾਲ ਆਪਣੇ ਹੋਸਟ ਗੁਲਾਮ ਮੁਸਤਫਾ ਸਿੰਧੂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।